हेलो एवरीवन, वेलकम बैक वंस अगेन। आज अपनी मास्टर क्लास सीडीपी फॉर पीएस टेट की 7th क्लास है। टैलीग्राम में जरूर ज्वाइन करो जी, जो है जी स्माइल लर्निंग _12 ਤਾਂ ਜੋ ਤੁਹਾਨੂੰ ਇਹ ਵੀਡੀਓ ਦੀ ਪੀਡੀਐਫ ਇਸ ਤੇ ਮਿਲ ਸਕੇ। ਤੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਹੁਣ ਤੱਕ ਦੇ ਜਿੰਨੇ ਪੁਰਾਣੇ ਸਟੂਡੈਂਟ ਹੈ ਜਿਨ੍ਹਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਨੋਟੀਫਿਕੇਸ਼ਨ ਜ਼ਰੂਰ ਔਨ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਤੇ ਮਿਲਦੀ ਰਹੇ। ਤਾਂ ਚਲਿਏ ਜੀ ਡਿਸਕਸ ਕਰਦੇ ਹਾਂ ਜੀ। ਅੱਜ ਦਾ ਆਪਣਾ ਫਰਸਟ ਕੁਐਸਚਨ ਹੈ, ਸਿੱਖਣ ਦਾ ਸੰਬੰਧ ਹੈ ਲਰਨਿੰਗ ਇਜ਼ ਰਿਲੇਟਡ ਟੂ ਏ ਸੋਚਣ ਨਾਲ ਯਾਨੀ ਕਿ ਥਿੰਕਿੰਗ, ਬੀ ਯਾਦ ਸ਼ਕਤੀ ਨਾਲ ਮੈਮਰੀ, ਸੀ ਹੈ ਰਚਨਾਤਮਕਤਾ ਨਾਲ ਕ੍ਰੀਏਟੀਵਿਟੀ, ਜਾਂ ਡੀ ਜੀ ਅਪਰੋਕ੍ਰਿਤ ਸਾਰੇ ਆਲ ਦੀ ਅਬਵ। ਇਸ ਦਾ ਰਾਈਟ ਆਨਸਰ ਹੈ ਜੀ ਉਹ ਹੈ ਜੀ ਡੀ, ਸਾਰਿਆਂ ਦੇ ਨਾਲ। ਠੀਕ ਹੈ, ਲਰਨਿੰਗ ਕੀ ਹੈ, ਸਿੱਖਣ ਦਾ ਸੰਬੰਧ ਕੀ ਹੈ, ਸਾਡੀ ਥਿੰਕਿੰਗ ਦੇ ਨਾਲ ਵੀ ਹੈ ਜੀ। ਠੀਕ ਹੈ, ਉਸ ਚੀਜ਼ ਨੂੰ ਜੇਕਰ ਅਸੀਂ ਸੋਚਾਂਗੇ ਤਾਂ ਉਸ ਚੀਜ਼ ਨੂੰ ਅਸੀਂ ਯਾਦ ਕਰਾਂਗੇ। ਤੀਸਰਾ ਪੁਆਇੰਟ ਬਣਦਾ ਹੈ ਜੀ ਕ੍ਰੀਏਟੀਵਿਟੀ, ਯਾਨੀ ਕਿ ਅਸੀਂ ਕਿਸੇ ਚੀਜ਼ ਨੂੰ ਕ੍ਰੀਏਟ ਕਰ ਰਹੇ ਹਾਂ ਤਾਂ ਇਹ ਤਿੰਨੇ ਹੀ ਜਿਹੜਾ ਕੀ ਆ ਸਿੱਖਣ ਦੇ ਨਾਲ ਇਹਨਾਂ ਦਾ ਸੰਬੰਧ ਆ। ਇਹ ਪੁਆਇੰਟ ਤੁਸੀਂ ਜਿਹੜੇ ਕਿ ਯਾਦ ਰੱਖਣੇ, ਇਸ ਕਰਕੇ ਇਸ ਦਾ ਰਾਈਟ ਆਨਸਰ ਕੀ ਆਊਗਾ, ਆਲ ਦੀ ਅਬਵ। ਨੈਕਸਟ ਕੁਐਸਚਨ ਹੈ, ਮਨੁੱਖ ਦੇ ਸਰੀਰਕ ਅੰਗਾਂ ਦੀ ਕਿਰਿਆਤਮਕ ਉਨਤੀ ਨੂੰ ਕੀ ਆਖਿਆ ਜਾਂਦਾ ਹੈ? ਵਟ ਇਜ਼ ਦੀ ਕਾਲਡ ਦੀ ਐਕਟੀਵਿਟੀ ਪ੍ਰੋਗਰੈਸ ਆਫ ਫਿਜ਼ੀਕਲ ਆਰਗਨਸ ਆਫ ਹਿਊਮਨ ਬੀਇੰਗ। ਏ ਸ਼ਕਤੀ ਵਿੱਚ ਵਾਧਾ ਯਾਨੀ ਕਿ ਇੰਕਰੀਜ਼ ਇਨ ਪਾਵਰ, ਬੀ ਵਿਕਾਸ ਡਿਵੈਲਪਮੈਂਟ, ਸੀ ਸਰਵਪੱਖੀ ਵਿਕਾਸ ਆਲ ਰਾਊਂਡ ਡਿਵੈਲਪਮੈਂਟ, ਜਾਂ ਡੀ ਹੈ ਜੀ ਸਾਰੇ ਆਲ ਆਫ ਦੀ ਅਬਵ। ਐਕਟਿਵ ਪ੍ਰੋਸੈਸ ਦੀ ਗੱਲ ਕਹੀ ਗਈ ਹੈ, ਇਹਦੇ ਬਾਰੇ ਫਿਜ਼ੀਕਲ ਆਰਗਨਸ ਦੇ ਬਾਰੇ ਹਿਊਮਨ ਬੀਇੰਗ ਦੇ ਵਿੱਚ। ਠੀਕ ਹੈ, ਤਾਂ ਇਸ ਦਾ ਰਾਈਟ ਆਨਸਰ ਹੋਊ ਜੀ ਬੀ ਡਿਵੈਲਪਮੈਂਟ। ਠੀਕ ਹੈ, ਇੰਕਰੀਜ਼ ਇਨ ਪਾਵਰ ਆਲ ਰਾਊਂਡ ਡਿਵੈਲਪਮੈਂਟ ਦੀ ਜੇਕਰ ਆਪਾਂ ਗੱਲ ਕਰੀਏ, ਜੇਕਰ ਉਹਨਾਂ ਨੇ ਪੂਰਾ ਹੀ ਇਹੋ ਜਿਹਾ ਕੁਐਸਚਨ ਪੁੱਛਿਆ ਗਿਆ ਹੈ ਜਿਹਦੇ ਵਿੱਚ ਪੂਰੇ ਹੀ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਤਾਂ ਅਸੀਂ ਆਲ ਰਾਊਂਡ ਡਿਵੈਲਪਮੈਂਟ ਲਾਣਾ ਸੀ। ਬਟ ਇੱਥੇ ਕੁਐਸਚਨ 'ਚ ਕੀ ਕੀਤਾ ਗਿਆ, ਸਰੀਰਕ ਅੰਗਾਂ ਦੀ ਕਿਰਿਆਤਮਕ ਉਨਤੀ ਦੇ ਬਾਰੇ ਗੱਲ ਕੀਤੀ ਗਈ ਹੈ, ਜਿਹੜੀ ਕਿ ਮਨੁੱਖ ਦੇ ਵਿੱਚ ਜੋ ਕਿ ਸਰੀਰਕ, ਠੀਕ ਹੈ, ਫਿਜ਼ੀਕਲ ਜੋ ਆਪਣੇ ਅੰਗ ਹੈਗੇ ਆ ਸਰੀਰਕ, ਠੀਕ ਹੈ, ਆਪਣੇ ਜਿਵੇਂ ਮਾਸਪੇਸ਼ੀਆਂ ਲਾ ਲਓ ਜਾਂ ਕੁਛ ਐਵੇਂ ਦੀਆਂ ਆਪਾਂ ਕਹਿ ਸਕਦੇ ਹਾਂ, ਤਾਂ ਉਹਨਾਂ ਦੇ ਵਿੱਚ ਜੋ ਉਨਤੀ ਹੋ ਰਹੀ ਆ ਤਾਂ ਉਹ ਕੀ ਆਪਾਂ ਕਹਿ ਰਹੇ ਹਾਂ, ਉਹ ਚੀਜ਼ ਜਿਹੜੀ ਉਨਤੀ ਕਰ ਰਿਹਾ ਜਾਂ ਜਿਹੜੀ ਚੀਜ਼ ਉਹ ਪ੍ਰੋਗਰੈਸ ਕਰ ਰਹੀ ਹੈ ਐਕਟਿਵਲੀ, ਉਸਨੂੰ ਆਪਾਂ ਦੇਖ ਕੇ ਕਹਿ ਸਕਦੇ ਹਾਂ ਕਿ ਇੱਕ ਬੱਚੇ ਦਾ ਜਿਹੜਾ ਕੀ ਹੈ ਵਿਕਾਸ ਹੋ ਰਿਹਾ। ਠੀਕ ਹੈ, ਆਲ ਰਾਊਂਡ ਡਿਵੈਲਪਮੈਂਟ ਨਹੀਂ ਕਵਾਂਗੇ ਇਸ ਦੇ ਵਿੱਚ, ਨਾ ਹੀ ਇੰਕਰੀਜ਼ ਦਾ ਪਾਵਰ ਕਵਾਂਗੇ, ਕਿਉਂਕਿ ਇਹਦੇ ਵਿੱਚ ਤਾਂ ਕੋਈ ਇੰਟੈਲੀਜੈਂਸੀ ਜਾਂ ਮਾਈਂਡ ਦੇ ਰਿਲੇਟਡ ਕੋਈ ਗੱਲ ਨਹੀਂ ਕੀਤੀ ਗਈ। ਕਿਹਦੇ ਬਾਰੇ ਗੱਲ ਕੀਤੀ ਗਈ ਹੈ, ਸਰੀਰਕ ਅੰਗਾਂ ਦੇ ਬਾਰੇ ਗੱਲ ਕੀਤੀ ਹੈ। ਠੀਕ ਹੈ, ਇਹ ਕੁਐਸਚਨ ਨੂੰ ਜ਼ਰੂਰ ਸਮਝੋ। ਇਹੋ ਜਿਹੇ ਕੁਐਸਚਨ ਨੂੰ ਦੇਖ ਕੇ ਹੁਣ ਐ ਲੱਗਦਾ ਵੀ ਨਹੀਂ ਸੀ ਆਪਸ਼ਨ ਇਜ਼ ਦਾ ਰਾਈਟ ਆਨਸਰ ਬਣੂਗਾ ਕਿ ਆਲ ਰਾਊਂਡ ਡਿਵੈਲਪਮੈਂਟ, ਨਹੀਂ, ਕਿਉਂਕਿ ਇਹਦੇ ਵਿੱਚ ਆਲ ਰਾਊਂਡ ਡਿਵੈਲਪਮੈਂਟ ਦੀ ਗੱਲ ਨਹੀਂ ਕੀਤੀ ਗਈ। ਤੁਸੀਂ ਹਰੇਕ ਕੁਐਸਚਨ ਦੇ ਵਿੱਚ ਕੁਐਸਚਨ ਨੂੰ ਸਮਝ ਕੇ ਉਹ ਕਲੂ, ਉਹ ਪੁਆਇੰਟ ਜ਼ਰੂਰ ਕੱਢ ਕੇ ਲੈ ਕੇ ਆਣਾ ਜਿਸ ਤੋਂ ਤੁਹਾਨੂੰ ਇਹ ਚੀਜ਼ ਕਲੀਅਰਿਫਾਈ ਹੋਈ ਕਿ ਕੁਐਸਚਨ ਕਿਸ ਦੇ ਬਾਰੇ ਪੁੱਛਿਆ ਗਿਆ। ਠੀਕ ਹੈ, ਤਾਂ ਫਿਰ ਕੀ ਆਊਗਾ ਇਸ ਦਾ ਰਾਈਟ ਆਨਸਰ ਕੀ ਹੈ, ਕੀ ਬਣਦਾ ਡਿਵੈਲਪਮੈਂਟ। ਠੀਕ ਹੈ ਜੀ, ਅਗਲਾ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ, ਅਨੁਭਵ ਦੁਆਰਾ ਵਿਵਹਾਰ ਵਿੱਚ ਤਬਦੀਲੀ ਲਿਆਉਣਾ ਹੀ ਸਿੱਖਣ ਹੈ। ਇੱਥੇ ਲਿਆਉਣਾ ਹੀ ਸਿੱਖਣਾ ਹੈ ਕਿਸ ਦਾ ਕਥਨ ਹੈ? ਲਰਨਿੰਗ ਇਜ਼ ਚੇਂਜ ਇਨ ਬਿਹੇਵੀਅਰ ਥਰੂ ਐਕਸਪੀਰੀਅੰਸਿੰਗ। ਕਿਸਨੇ ਕਿਹਾ ਹੈਗਾ, ਯਾਨੀ ਕਿ ਕੋਈ ਵੀ ਚੀਜ਼ ਅਸੀਂ ਐਕਸਪੀਰੀਅੰਸ ਕਰਦੇ ਹਾਂ, ਠੀਕ ਹੈ, ਉਹ ਸਾਡੀ ਲਰਨਿੰਗ ਦੇ ਵਿੱਚ, ਸਿੱਖਣ ਦੇ ਵਿੱਚ ਜਿਹੜੀ ਚੇਂਜ ਲੈ ਕੇ ਆਉਂਦੀ ਹੈ, ਇਹ ਕਥਨ ਕਿਸਨੇ ਕਿਹਾ? ਏ ਗੇਟਸ ਦੁਆਰਾ, ਬੀ ਮਨ ਦੁਆਰਾ, ਸੀ ਵਾਟਸਨ ਦੁਆਰਾ, ਜਾਂ ਡੀ ਵੁੱਡਵਰਥ ਦੁਆਰਾ। ਇਹ ਜਿਹੜਾ ਕੀ ਆ ਆਨਸਰ ਇਸ ਦਾ ਹੈਗਾ ਉਹ ਹੈ ਜੀ ਗੇਟਸ ਤੋਂ। ਮੋਸਟ ਇੰਪੋਰਟੈਂਟ ਸਟੇਟਮੈਂਟ ਹੈ ਇਹ। ਠੀਕ ਹੈ, ਇਹ ਚੀਜ਼ ਜ਼ਰੂਰ ਯਾਦ ਰੱਖਣੀ ਆ। ਅਸੀਂ ਆਪਣੇ ਐਕਸਪੀਰੀਅੰਸ ਦੇ ਥਰੂ ਚੀਜ਼ਾਂ ਦੇ ਵਿੱਚ ਚੇਂਜਸ ਨਾਲ ਸਿੱਖਦੇ ਆ, ਉਹ ਕਿਸਨੇ ਕਿਹਾ ਹੈਗਾ, ਗੇਟਸ ਨੇ। ਠੀਕ ਹੈ, ਨੈਕਸਟ ਕੁਐਸਚਨ ਹੈ, ਸਿੱਖਣਾ, ਕਲਪਨਾ, ਯਾਦ, ਇਕਾਗਰਤਾ, ਨਿਰੀਖਣ ਆਦਿ ਕਿਹੜੇ ਵਿਕਾਸ ਅਧੀਨ ਹੁੰਦੇ ਆ? ਥਿੰਕਿੰਗ, ਇਮੈਜੀਨੇਸ਼ਨ, ਮੈਮਰੀ, concentration, observation come under which development? A मानसिक विकास यानी कि मेंटल डेवलपमेंट, बी सामाजिक विकास सोशल डेवलपमेंट, सी है भावनात्मक विकास इमोशनल डेवलपमेंट, जी डी है नैतिक विकास मॉरल डेवलपमेंट। सब तो पहला तुसी ये देखना ये पार्ट किहदे है, सोचना, कल्पना, याद करना, एकाग्रता, निरीक्षण। इंग्लिश देखिए थिंकिंग करना, इमेजिनेशन करना, मैमरी करना, किसी चीज़ नूं असीं कंसनट्रेशन ध्यान नाल देखना, फिर ऑब्जरवेशन करना, किसी नूं ऑब्जर्व कर रहे हैं, किस दे नाल रिलेटेड होगा?
ਤੇ ਮਾਨਸਿਕ ਵਿਕਾਸ ਨਾਲ ਲੱਗਦਾ ਹੈ ਮੈਂਟਲ ਡਿਵੈਲਪਮੈਂਟ, ਜਾਂ ਬੀ ਸੋਸ਼ਲ ਡਿਵੈਲਪਮੈਂਟ ਤਾਂ ਹੋਊਗਾ ਹੀ ਨਹੀਂ ਕਿਉਂਕਿ ਇਸ ਵਿੱਚ ਸੋਸ਼ਲ ਬਾਰੇ ਕੋਈ ਗੱਲ ਨਹੀਂ ਕਹੀ ਗਈ। ਇਮੋਸ਼ਨ ਡਿਵੈਲਪਮੈਂਟ ਬਾਰੇ ਨਹੀਂ ਗੱਲ ਹੋਈ। ਮੋਰਲ ਡਿਵੈਲਪਮੈਂਟ ਕਿਉਂਕਿ ਇਹਦੇ ਵਿੱਚ ਕੋਈ ਵੀ ਨੈਤਿਕ ਕਦਰਾਂ ਕੀਮਤਾਂ ਬਾਰੇ ਕੋਈ ਗੱਲ ਨਹੀਂ ਕਹੀ ਗਈ। ਇਹ ਸਾਰੇ ਵਰਡ ਕਿਸ ਵੱਲ ਇਸ਼ਾਰਾ ਕਰਦੇ, ਸਾਡੀ ਇੰਟੈਲੀਜੈਂਸੀ ਬਾਰੇ। ਤਾਂ ਫਿਰ ਇੰਟੈਲੀਜੈਂਸੀ ਕਿਸ ਨਾਲ ਰਿਲੇਟਡ ਹੋਗੀ, ਮੈਂਟਲ ਦੇ ਨਾਲ, ਠੀਕ ਹੈ। ਤਾਂ ਇਸ ਤਰੀਕੇ ਨਾਲ ਤੁਹਾਡੀ ਪੈਡਾਗੋਜੀ ਇੰਨੀ ਕੁ ਵਧੀਆ ਸਟਰੋਂਗ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਇੱਕ ਕਲੂ ਤੋਂ ਹੀ ਕੁਐਸਚਨ ਤੋਂ ਪਤਾ ਲੱਗ ਜਾਏ ਕਿ ਇਸ ਦਾ ਰਾਈਟ ਆਨਸਰ ਕੀ, ਠੀਕ ਹੈ। ਤਾਂ ਇਸ ਦਾ ਰਾਈਟ ਆਨਸਰ ਫਿਰ ਕੀ ਬਣਿਆ, ਮਾਨਸਿਕ ਵਿਕਾਸ ਯਾਨੀ ਕਿ ਮੈਂਟਲ ਡਿਵੈਲਪਮੈਂਟ। ਅਗਲਾ ਨੈਕਸਟ ਕੁਐਸਚਨ ਹੈ, ਸਕਿਨਰ ਦੇ ਕਿਆਤਮਿਕ ਅਨੁਕੂਲਨ ਯਾਨੀ ਕਿ ਅਕੋਰਡਿੰਗ ਟੂ ਸਕਿਨਰਸ ਥਿਊਰੀ ਆਫ ਆਪਰੈਂਟ ਕੰਡੀਸ਼ਨਿੰਗ, ਠੀਕ ਹੈ। ਇਹ ਸਿੱਖਣ ਦੀ ਵਿਗਿਆਨਿਕ ਵਿਧੀ ਵਿੱਚ ਵਿਚਾਰ, ਉਦੇਸ਼ ਤੇ ਭਾਵ ਦਾ ਮਹੱਤਵਪੂਰਨ ਸਥਾਨ ਹੈ ਯਾਨੀ ਕਿ ਥੋਟਸ, ਮੋਟੀਵੇਟਸ ਐਂਡ ਇਮੋਸ਼ਨਸ ਹੈਵ ਐਨ ਇੰਪੋਰਟੈਂਟ ਪਲੇਸ ਇਨ ਅ ਸਾਇੰਟਿਫਿਕ ਸਟੱਡੀ ਆਫ ਲਰਨਿੰਗ। ਬੀ ਹੈ, ਇੱਕ ਖਾਸ ਪ੍ਰੋਤਸਾਹਨ ਵਧਾਵਾ ਦਿੰਦਾ ਹੈ, a specific stimulus initiates a particular response। ਸੀ ਜਾਨਵਰਾਂ ਤੇ ਮਨੁੱਖਾਂ ਦੀ ਆਪਣੇ ਤੋਂ ਪ੍ਰੇਰਿਤ ਕਿਰਿਆ ਤੱਕ ਮਜ਼ਬੂਤ ਹੋ ਜਾਂਦੀ ਹੈ ਜਦੋਂ ਉਹਨਾਂ ਨੂੰ ਪ੍ਰੋਤਸਾਹਨ ਕੀਤਾ ਜਾਂਦਾ ਹੈ। ਪੰਜਾਬੀ ਬਹੁਤ ਡਿਫਿਕਲਟ ਵਰਡਸ ਆ ਇਹਦੇ ਵਿੱਚ, ਇਹ ਚੀਜ਼ ਪੇਪਰ ਵਿੱਚ ਖਾਸ ਕਰ ਕਈ ਵਾਰ ਧਿਆਨ ਦੇ ਲਿਓ ਕਿ ਇੰਗਲਿਸ਼ ਨੂੰ ਜ਼ਰੂਰ ਪੜ੍ਹਿਓ ਕਿਉਂਕਿ ਇਹੋ ਜਿਹੇ ਵਰਡ ਆ ਜੋ ਚੰਗੀ ਤਰ੍ਹਾਂ ਨਾ ਤਾਂ ਪ੍ਰੋਨਾਊਂਸ ਕੀਤੇ ਜਾ ਸਕਦੇ ਤੇ ਨਾ ਹੀ ਕਦੇ ਦੇਖੇ ਜਾ ਸਕਦੇ ਆ। ਟਿਪੀਕਲ ਪੰਜਾਬੀ ਵਿੱਚ ਕਈ ਵਾਰ ਐਗਜ਼ਾਮ ਦੇ ਵਿੱਚ ਕੁਐਸਚਨ ਆ ਜਾਂਦੇ ਆ ਤੇ ਇੰਗਲਿਸ਼ ਜਿਹੜੀ ਕਿ ਬਿਲਕੁਲ ਰਾਈਟ ਮੰਨੀ ਜਾਂਦੀ ਹੈ ਤੇ ਇੰਗਲਿਸ਼ ਦੇ ਅਕੋਰਡਿੰਗ ਹੀ ਉਸਨੂੰ ਪੜ੍ਹ ਕੇ ਟਿਕ ਸਹੀ ਕਰਿਓ, ਠੀਕ ਹੈ ਜੀ। ਇਹਦੀ ਇੰਗਲਿਸ਼ ਕੀ ਹੈ, ਦਾ ਵੋਲੰਟਰੀ ਰਿਸਪੌਂਸਿਸ ਆਫ ਦਾ ਐਨੀਮਲਸ ਐਂਡ ਹਿਊਮਨਸ ਆਰ ਸਟਰੈਂਥ when they are reinforced। ਡੀ ਹੈ, ਵਰਤਾਓ ਦੇ ਖੇਤਰ ਵਿੱਚ ਨਤੀਜੇ ਜ਼ਰੂਰੀ ਨਹੀਂ ਹੁੰਦੇ। The unconscious of behavior are relatively unimportant। ਕੀ ਗੱਲ ਕੀਤੀ ਗਈ ਹੈ, ਸਕਿਨਰ ਦੀ ਥਿਊਰੀ ਆਫ ਆਪਰੈਂਟ ਕੰਡੀਸ਼ਨਿੰਗ ਦੇ ਬਾਰੇ ਗੱਲ ਕੀਤੀ ਗਈ ਆ। ਹੁਣ ਸਕਿਨਰ ਦੀ ਥਿਊਰੀ ਦੀ ਆਪਰੈਂਟ ਕੰਡੀਸ਼ਨਿੰਗ ਦੇ ਬਾਰੇ ਮੈਂ ਡਿਸਕਸ ਕਰ ਲੈਣੀ ਹੈ ਕਿ ਸਕਿਨਰ ਨੇ ਆਪਣੀ ਥਿਊਰੀ ਦੇ ਵਿੱਚ, ਠੀਕ ਹੈ, ਸਕਿਨਰ ਬਾਕਸ, ਠੀਕ ਹੈ, ਰੈਟ ਦੇ ਉੱਪਰ ਜਿਹੜਾ ਕਿ ਜਾਨਵਰਾਂ ਦੇ ਉੱਪਰ ਆਪਣਾ ਐਕਸਪੈਰੀਮੈਂਟ ਕੀਤਾ ਸੀਗਾ। ਜਿਵੇਂ ਕਿ ਤੁਹਾਨੂੰ ਮੈਂ ਦੱਸਤਾ ਹਨਾ, ਲਰਨਿੰਗ ਦੇ ਵਿੱਚ ਇਹਦੀਆਂ ਥਿਊਰੀਆਂ ਆ ਜਾਂਦੀਆਂ। ਤਾਂ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਫਰਸਟ ਕੁਐਸਚਨ ਦਾ ਜਿਹੜਾ ਆਪਸ਼ਨ ਹੈ ਕਿ ਏ, ਕਿ ਉਹ ਥੋਟਸ, ਮੋਟੀਵੇਟਸ ਤੇ ਇਮੋਸ਼ਨ ਹੈਵ ਇੰਪੋਰਟੈਂਟ ਪਲੇਸ ਸਾਇੰਟਿਫਿਕ ਸਟੱਡੀ ਆਫ ਲਰਨਿੰਗ। ਨਹੀਂ, ਇਸ ਦੇ ਬਾਰੇ ਇਸ ਦੀ ਥਿਊਰੀ ਵਿੱਚ ਕੋਈ ਗੱਲ ਨਹੀਂ ਕੀਤੀ ਗਈ। ਬੀ ਹੈ, ਇੱਕ ਖਾਸ ਪ੍ਰੋਤਸਾਹਨ ਵਧਾਵਾ ਦਿੰਦਾ ਯਾਨੀ ਸਟਿਮੂਲੈਂਸ ਇਨੀਸ਼ੀਏਟ ਅ ਪਾਰਟਿਕੂਲਰ ਰਿਸਪੌਂਸ। ਨਹੀਂ, ਥਰਡ ਆਪਸ਼ਨ ਇਸ ਦਾ ਰਾਈਟ ਆਨਸਰ ਹੈ, ਜਾਨਵਰਾਂ ਤੇ ਮਨੁੱਖਾਂ ਦੀ ਆਪਣੇ ਤੋਂ ਪ੍ਰੇਰਿਤ ਕਿਰਿਆ ਤੱਕ ਮਜ਼ਬੂਤ ਹੋ ਜਾਂਦੀ ਹੈ, ਇਸ ਨੂੰ ਪ੍ਰੋਤਸਾਹਨ ਕਰਦਾ ਹੈ, ਠੀਕ ਹੈ। ਡੀ, ਨਤੀਜੇ ਜ਼ਰੂਰੀ ਨਹੀਂ ਹਨ, ਇਹ ਇਸ ਦਾ ਜਿਹੜਾ ਕੀ ਹੈ ਰੋਂਗ ਆਨਸਰ, ਠੀਕ ਹੈ। ਸੀ ਇਸ ਦਾ ਰਾਈਟ ਆਨਸਰ ਹੈ। ਉਹ ਤਾਂ ਸਾਫ਼ ਹੀ ਇੱਥੋਂ ਕਲੀਅਰ ਹੋ ਰਿਹਾ, ਜਿਸ ਨੂੰ ਇਹ ਥਿਊਰੀ ਆਉਂਦੀ ਉਸਨੂੰ ਪਤਾ ਹੀ ਹੈ ਕਿ ਉਸਨੇ ਕਿਸ ਦੇ ਉੱਪਰ, ਜਾਨਵਰਾਂ ਤੇ ਮਨੁੱਖਾਂ ਨੂੰ ਲੈ ਕੇ ਜਿਹੜਾ ਕਿ ਉਸਦੇ ਉੱਪਰ ਰਿਸਰਚ ਕੀਤੀ ਸੀ ਤੇ ਇਸ ਦਾ ਜਿਹੜਾ ਕਿ ਇੱਕ ਫੇਮਸ ਰਿਸਰਚ ਕਰਨ ਤੋਂ ਬਾਅਦ ਇਹਨੇ ਜਿਹੜੀ ਰਿਸਰਚ ਕਰਕੇ ਇੱਕ ਸਕਿਨਰ ਦੇ ਬਾਕਸ ਦੇ ਨਾਲ ਇਹ ਫੇਮਸ ਹੋਇਆ ਸੀ, ਜੋ ਕਿਸ ਤੇ ਸੀਗਾ, ਰੈਟ ਦੇ ਉੱਪਰ ਇਸਨੇ ਐਕਸਪੀਰੀਅੰਸ ਕੀਤਾ ਸੀ। ਨੈਕਸਟ ਕੁਐਸਚਨ ਹੈ, ਸੌਰੀ ਐਕਸਪੈਰੀਮੈਂਟ ਕੀਤਾ ਸੀ, ਐਕਸਪੀਰੀਅੰਸ ਨਹੀਂ। ਨੈਕਸਟ ਕੁਐਸਚਨ ਹੈ, ਸਿੱਖਣ ਕੀ ਹੈ, ਵਾਟ ਇਜ਼ ਅ ਲਰਨਿੰਗ। ਏ, ਨਿਰੰਤਰ ਪ੍ਰਕਿਰਿਆ ਕੰਟੀਨਿਊ ਪ੍ਰੋਸੈਸ ਆ। ਬੀ, ਸੀਮਿਤ ਪ੍ਰਕਿਰਿਆ ਲਿਮਿਟਡ ਪ੍ਰੋਸੈਸ ਆ। ਸੀ, ਉਪਲਬਧ ਪ੍ਰਕਿਰਿਆ ਅਚੀਵਮੈਂਟ ਪ੍ਰੋਸੈਸ ਆ। ਜਾਂ ਡੀ, ਉਪਰੋਕਤ ਕੋਈ ਨਹੀਂ। ਲਰਨਿੰਗ ਕੀ ਹੈ, ਇਹ ਆਪਸ਼ਨ ਬਿਲਕੁਲ ਰਾਈਟ ਆਨਸਰ ਹੈ, ਨਿਰੰਤਰ ਪ੍ਰਕਿਰਿਆ ਕੰਟੀਨਿਊ ਪ੍ਰੋਸੈਸ ਆ। ਲਰਨਿੰਗ ਕਦੇ ਵੀ ਖਤਮ ਨਹੀਂ ਹੁੰਦੀ। ਕਈ ਵਾਰ ਇਹੋ ਜਿਹੀ ਚੀਜ਼ ਹੁੰਦੀ ਹੈ ਕਿ ਅਸੀਂ ਕੋਈ ਚੀਜ਼ ਸਿੱਖ ਵੀ ਜਾਂਦੇ ਹਾਂ ਤਾਂ ਵੀ ਸਾਨੂੰ ਪਤਾ ਨਹੀਂ ਹੁੰਦਾ ਵੀ ਉਹ ਚੀਜ਼ ਅਸੀਂ ਸਿੱਖ ਚੁੱਕੇ ਹਾਂ, ਇਸ ਲਈ ਇੱਕ ਕੰਟੀਨਿਊ ਪ੍ਰੋਸੈਸ ਆ, ਠੀਕ ਹੈ। ਸੀਮਤ ਪ੍ਰੋਸੈਸ ਅਸੀਂ ਕਦੇ ਨਹੀਂ ਕਹਿ ਸਕਦੇ, ਅਚੀਵਮੈਂਟ ਪ੍ਰੋਸੈਸ ਨਹੀਂ ਕਹਿ ਸਕਦੇ ਤੇ ਡੀ ਤਾਂ ਜਿਹੜਾ ਆਪਸ਼ਨ ਬਿਲਕੁਲ ਹੀ ਰੋਂਗ ਹੀ, ਉਪਰੋਕਤ ਕੋਈ ਨਹੀਂ, ਇਹ ਅਸੀਂ ਕਹਿ ਨਹੀਂ ਸਕਦੇ। ਨੈਕਸਟ ਕੁਐਸਚਨ ਹੈ ਜੀ, ਮੁੱਖ ਅਤੇ ਗੌਣ ਯਾਦਦਾਸ਼ਤ ਪ੍ਰਾਇਮਰੀ ਅਤੇ ਸੈਕੰਡਰੀ ਮੈਮਰੀ ਦੀ ਸੰਕਲਪਨਾ ਦਿੱਤੀ। ਕੰਸੈਪਟ ਆਫ ਪ੍ਰਾਇਮਰੀ ਐਂਡ ਸੈਕੰਡਰੀ ਮੈਮਰੀ ਵਾਸ ਗਿਵਨ ਬਾਈ, ਕਿਹਨਾਂ ਨੇ ਦਿੱਤੀ ਹੈ। ਏ, ਵੋ ਐਂਡ ਨੋਰਮਨ ਨੇ ਯਾਨੀ ਕਿ ਨਾਰਮਨ ਨੇ। ਬੀ, ਸਟਰਨਬਰਗ। ਸੀ ਹੈ ਐਟਕਿੰਸ ਨੇ। ਜਾਂ ਡੀ, ਵੈਗੋਸਕੀ ਨੇ। ਇਸ ਦਾ ਰਾਈਟ ਆਨਸਰ ਹੈ ਜੀ ਏ। ਇਸ ਦੇ ਵਿੱਚ ਮੈਂ ਕੁਝ ਇਹੋ ਜਿਹੇ ਕੁਐਸਚਨ ਲੈ ਕੇ ਆਈ ਹਾਂ ਜਿਸ ਪਰਸਨ ਦੇ ਬਾਰੇ ਤੁਸੀਂ ਕੁਝ ਨਵੀਂ ਇਨਫੋਰਮੇਸ਼ਨ ਜਿਹੜੀ ਕੀ ਹੈ ਪ੍ਰਾਪਤ ਕਰੋਗੇ, ਕਿਉਂਕਿ ਇਹਦੇ ਵਿੱਚ ਕੀ ਹੈ ਕਿ ਅਕਸਰ ਜਦੋਂ ਟਿਪੀਕਲ ਐਗਜ਼ਾਮ ਪਾਣਾ ਹੋਵੇ ਤਾਂ ਉਸ ਦੇ ਵਿੱਚ ਸਾਰੇ ਰਾਈਟਰ ਜਿੰਨੇ ਵੀ ਸਾਈਕੋਲੋਜਿਸਟ ਹੈਗੇ ਆ ਉਹਨਾਂ ਦੇ ਕਈ ਵਾਰ ਨਾਮ ਵਾਲਾ ਕੋਈ ਕੁਐਸਚਨ ਆ ਜਾਂਦਾ, ਇਸ ਲਈ ਇਹ ਮੈਂ ਤਾਂ ਇਸ ਸੀਰੀਜ਼ ਦੇ ਵਿੱਚ ਐਡ ਕੀਤੇ ਤਾਂ ਕਿ ਆਪਾਂ ਨੂੰ ਜਿਹੜਾ ਕਿ ਇਸ ਦੇ ਬਾਰੇ ਥੋੜੀ ਇਨਫੋਰਮੇਸ਼ਨ ਹੁੰਦੀ ਰਹੇ।
ਉਹ ਜਿਹੜਾ ਨਾਰਮਨ ਆ ਇਹਨੇ ਜਿਹੜਾ ਕੀ ਆ ਆਪਣੀ ਥਿਊਰੀ ਦੇ ਵਿੱਚ ਪ੍ਰਾਇਮਰੀ ਤੇ ਸੈਕੰਡਰੀ ਮੈਮਰੀ ਦੇ ਬਾਰੇ ਗੱਲ ਕੀਤੀ ਹੈ ਜੀ। ਠੀਕ ਹੈ, ਵੈਸੇ ਤਾਂ ਥਿਊਰੀ ਇਸ ਦੇ ਵਿੱਚ ਐਡ ਨਹੀਂ ਕੀਤੀ ਹੋਈ, ਆਪਣੇ ਸਿਲੇਬਸ 'ਚ ਨਹੀਂ ਹੈ, ਬਟ ਇਹ ਕੁਐਸਚਨ ਆਪਾਂ ਜ਼ਰੂਰ ਡਿਸਕਸ ਕਰਾਂਗੇ। ਇਸਨੇ ਪ੍ਰਾਇਮਰੀ ਮੈਮਰੀ ਦੀ ਜਿਹੜੀ ਗੱਲ ਕੀਤੀ, ਪ੍ਰਾਇਮਰੀ ਮੈਮਰੀ ਨੂੰ ਇਸਨੇ ਇੱਕ ਕੰਪਿਊਟਰ ਦੇ ਨਾਲ ਰਿਲੇਟਡ ਜੋੜ ਕੇ ਗੱਲ ਕਹੀ ਹੈ ਕਿ ਜਿਹੜੀ ਸਾਡੀ ਪ੍ਰਾਇਮਰੀ ਮੈਮਰੀ ਹੈਗੀ ਆ ਉਹ ਕਿਵੇਂ ਹੁੰਦੀ ਆ, ਜਿਹੜੀ ਕੀ ਆ ਡਾਇਰੈਕਟਲੀ ਜਿਹੜੀ ਕਿ ਸਾਨੂੰ ਅਸੈਸੇਬਲ ਕਰਦੀ ਆ, ਜਿਵੇਂ CPU। ਠੀਕ ਹੈ ਜੀ। ਤੇ ਸੈਕੰਡਰੀ ਮੈਮਰੀ ਕਿਹੜੀ ਹੁੰਦੀ ਆ, ਜਿਹੜੀ ਸਾਨੂੰ ਪਰਮਾਨੈਂਟ, ਜਿਹੜੀ ਆਪਾਂ ਕਹਿ ਸਕਦੇ ਹਾਂ ਪਰਮਾਨੈਂਟ ਸਾਡੇ ਮਾਈਂਡ ਦੇ ਵਿੱਚ ਸ਼ਾਮਿਲ ਹੁੰਦੀ, ਸਾਡੀ ਯਾਦ ਦੇ ਵਿੱਚ ਪਰਮਾਨੈਂਟ ਰਵੇ, ਉਹ ਹੋਗੀ ਸੈਕੰਡਰੀ ਮੈਮਰੀ। ਠੀਕ ਹੈ, ਜੋ ਕੀ ਕੰਮ ਕਰੂਗੀ, ਜੇਕਰ ਆਪਾਂ ਇੱਕ PC ਦੇ ਨਾਲ ਰਿਲੇਟਡ ਫੋਰ ਐਗਜ਼ਾਮਪਲ ਦੇ ਥਰੂ ਕੰਮ ਐਗਜ਼ਾਮਪਲ ਲੈ ਕੇ ਚੱਲੀਏ ਤਾਂ ਉਹ ਇੱਕ ਹਾਰਡ ਡਿਸਕ ਦਾ ਰੋਲ ਅਦਾ ਕਰੂਗੀ। ਠੀਕ ਹੈ ਜੀ। ਸੈਕੰਡਰੀ ਮੈਮਰੀ ਕਿਹੜੀ ਹੋਊਗੀ ਇਸ ਦੇ ਅਕੋਰਡਿੰਗ, ਸੈਕੰਡਰੀ ਮੈਮਰੀ ਉਹ ਆ ਜੋ ਆਪਣੇ ਮਾਈਂਡ ਦੇ ਵਿੱਚ ਪਰਮਾਨੈਂਟ ਹੋਊਗੀ, ਜਿਹੜੀ ਚੀਜ਼ ਅਸੀਂ ਕਦੇ ਵੀ ਨਹੀਂ ਭੁੱਲਾਂਗੇ। ਠੀਕ ਹੈ, ਤੇ ਪ੍ਰਾਇਮਰੀ ਜਿਹੜੀ ਹੋਊਗੀ ਉਹ ਜਿਹੜੀ ਕਿ ਪਰਮਾਨੈਂਟ ਨਹੀਂ ਹੋਊਗੀ। ਬਸ ਤੁਸੀਂ ਇਸ ਤਰੀਕੇ ਨਾਲ ਅੰਦਾਜ਼ਾ ਲਾ ਸਕਦੇ ਹੋ। ਤਾਂ ਇਸਨੇ ਸੈਕੰਡਰੀ ਤੇ ਪ੍ਰਾਇਮਰੀ ਜਿਹੜੀ ਕਿ ਮੈਮਰੀ ਦਾ ਕਨਸੈਪਟ ਦਿੱਤਾ ਸੀਗਾ। ਠੀਕ ਹੈ, ਇਹ ਪਰਸਨ ਦਾ ਤੁਸੀਂ ਨਾਮ ਜ਼ਰੂਰ ਯਾਦ ਰੱਖੋ। ਨੈਕਸਟ ਕੁਐਸਚਨ ਹੈ ਜੀ, ਬਾਲ ਅਵਸਥਾ ਦਾ ਸਮਾਂ ਹੈ, ਦਾ ਪੀਰੀਅਡ ਆਫ ਚਾਈਲਡਹੁੱਡ ਇਜ਼। ਠੀਕ ਹੈ ਜੀ। ਤਾਂ ਇਸ ਦਾ ਆਪਸ਼ਨਸ ਦੇ ਵਿੱਚ ਜੇਕਰ ਦੇਖੀਏ 1 ਤੋਂ ਲੈ ਕੇ 3 ਇਅਰਸ, B ਹੈ ਜੀ 3 ਤੋਂ ਲੈ ਕੇ 6 ਇਅਰਸ, C ਹੈ ਜੀ 7 ਤੋਂ ਲੈ ਕੇ 12 ਇਅਰਸ, ਜਾਂ D ਹੈ ਜੀ 12 ਤੋਂ ਲੈ ਕੇ 18 ਇਅਰਸ। ਠੀਕ ਹੈ, ਇਹ ਆਪਸ਼ਨਸ ਬਿਲਕੁਲ ਹੀ ਰਾਈਟ ਆ। ਮੈਂ ਦੁਬਾਰਾ ਇਹ ਆਪਸ਼ਨਸ ਤੁਹਾਨੂੰ ਦਿੰਨੀ ਆ ਤੇ ਉਸ ਦੇ ਵਿੱਚ ਆਪਾਂ ਦੇਖਾਂਗੇ ਕਿ ਕਿਹੜੇ ਆ। ਠੀਕ ਹੈ, ਕਿਉਂਕਿ ਇਹ ਸਾਰੀਆਂ ਆਪਸ਼ਨਾਂ ਬਿਲਕੁਲ ਸਹੀ ਹੈ। ਇਹ ਇੱਕ ਤਰੀਕੇ ਦਾ ਜਿਹੜਾ ਕੀ ਆ ਕਹਿ ਲਓ ਕਿ ਗ੍ਰੇਸ ਮਾਰਕਸ ਵਾਲਾ ਜਿਹੜਾ ਕੁਐਸਚਨ ਬਣਦਾ ਸੀ, ਤੇ ਆਪਸ਼ਨਸ ਇਹਦੇ ਵਿੱਚ ਮੈਂ ਥੋੜ੍ਹੀਆਂ ਜਿਹੀਆਂ ਚੇਂਜ ਕਰ ਦਿੰਦੀ ਹਾਂ। ਇਹ ਤੁਸੀਂ ਮੰਨ ਕੇ ਚੱਲੋ ਕਿ 3 ਇਅਰਸ 1 ਤੋਂ ਲੈ ਕੇ 3 ਇਅਰਸ ਵਾਲੇ ਸਟੂਡੈਂਟ ਹੋਣਗੇ। ਸੈਕਿੰਡ ਹੈ ਜੀ 3 ਤੋਂ ਲੈ ਕੇ 6 ਇਅਰਸ ਦੇ ਵਿੱਚ ਵਾਲੇ, ਇਹਦੇ ਵਿੱਚ ਬੱਚੇ ਆਉਂਦੇ ਆ। 7 ਤੋਂ ਲੈ ਕੇ 12 ਇਅਰਸ ਵਾਲੇ ਬੱਚੇ ਆਣਗੇ। ਤੇ ਫੋਰਥ ਆਪਸ਼ਨ ਆਪਾਂ ਰੱਖ ਲੈਂਦੇ ਆ ਆਲ ਆਫ ਥੀਸ। ਠੀਕ ਹੈ, ਹੁਣ ਮੈਂ ਤੁਹਾਨੂੰ ਦੱਸਦੀ ਤੇ ਇਸ ਦਾ ਆਨਸਰ ਕੀ ਆ। ਇਸ ਦਾ ਰਾਈਟ ਆਨਸਰ ਆਊਗਾ ਜੀ ਆਲ ਆਫ ਥੀਸ। ਠੀਕ ਹੈ, ਪੀਰੀਅਡ ਆਫ ਚਾਈਲਡਹੁੱਡ, ਬਾਲ ਅਵਸਥਾ ਦਾ ਸਮਾਂ ਜਿਹੜਾ ਕਿ ਸ਼ੁਰੂ ਹੁੰਦਾ ਹੈ, ਜੇਕਰ ਆਪਾਂ ਕਹੀਏ ਬੱਚੇ ਦਾ ਟਾਈਮ ਕਿੱਥੋਂ ਸ਼ੁਰੂ ਹੁੰਦਾ ਹੈ, ਦੇਖੋ 1 ਤੋਂ ਲੈ ਕੇ ਇਨਫੈਂਸੀ ਤੋਂ ਸ਼ੁਰੂ ਲੈ ਕੇ ਅਡਲਟਹੁੱਡ ਤੱਕ ਬੱਚੇ ਦਾ ਜਿਹੜਾ ਕੀ ਹੈ ਸਮਾਂ ਉਹ ਲਗਾਤਾਰ ਚੱਲਦਾ ਹੀ ਰਹਿੰਦਾ। ਇਨਫੈਂਸੀ ਤੋਂ ਲੈ ਕੇ ਅਡਲਟਹੁੱਡ ਤੱਕ ਜਿਹੜਾ ਸਮਾਂ ਹੋਊਗਾ ਉਹ ਪੀਰੀਅਡ ਆਫ ਚਾਈਲਡਹੁੱਡ ਹੋਊਗਾ। ਠੀਕ ਹੈ, ਇਸ ਕਰਕੇ ਇਸ ਦਾ ਰਾਈਟ ਆਨਸਰ ਬਣਦਾ ਜੀ ਆਲ ਆਫ ਥੀਸ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਬੱਚੇ ਦੀ ਸਿੱਖਿਆ ਦੀ ਪਹਿਲੀ ਪੌੜੀ ਕੀ ਹੈ। ਫਸਟ ਸਟੈਪ ਆਫ ਚਾਈਲਡ ਐਜੂਕੇਸ਼ਨ ਇਜ਼ A ਪੂਰਵ ਪ੍ਰਾਥਮਿਕ ਸਿੱਖਿਆ ਪ੍ਰੀ ਪ੍ਰਾਇਮਰੀ ਐਜੂਕੇਸ਼ਨ, B ਪ੍ਰਾਥਮਿਕ ਸਿੱਖਿਆ ਪ੍ਰਾਇਮਰੀ ਐਜੂਕੇਸ਼ਨ, C ਮੱਧਿਆਤਮਿਕ ਸਿੱਖਿਆ ਮਿਡਲ ਐਜੂਕੇਸ਼ਨ, ਜਾਂ D ਹੈ ਜੀ ਉੱਚ ਸਿੱਖਿਆ ਹਾਇਰ ਐਜੂਕੇਸ਼ਨ। ਫਸਟ ਸਟੈਪ ਆਫ ਚਾਈਲਡਹੁੱਡ ਦੀ ਐਜੂਕੇਸ਼ਨ ਕੀ ਹੋਗੀ। ਤਾਂ ਇਸ ਦਾ ਰਾਈਟ ਆਨਸਰ ਹੈ ਉਹ ਹੈ ਜੀ A ਪ੍ਰੀ ਪ੍ਰਾਇਮਰੀ ਐਜੂਕੇਸ਼ਨ। ਹੁਣ ਇਹਨੂੰ ਕਿਵੇਂ ਯਾਦ ਰੱਖਣਾ, ਜਿੱਥੇ ਪ੍ਰੀ ਵਰਡ ਹੋਊਗਾ, ਪ੍ਰੀ ਦਾ ਮਤਲਬ ਪਹਿਲਾਂ, ਯਾਨੀ ਕਿ ਪ੍ਰਾਇਮਰੀ ਐਜੂਕੇਸ਼ਨ ਤੋਂ ਪਹਿਲਾਂ ਵਾਲੀ ਅਵਸਥਾ। ਠੀਕ ਹੈ, ਤਾਂ ਫਸਟ ਸਟੈਪ ਆਫ ਚਾਈਲਡ ਐਜੂਕੇਸ਼ਨ ਕੀ ਹੋਊਗਾ, ਪ੍ਰੀ ਪ੍ਰਾਇਮਰੀ ਐਜੂਕੇਸ਼ਨ। ਪ੍ਰਾਇਮਰੀ ਐਜੂਕੇਸ਼ਨ ਤੋਂ ਪਹਿਲਾਂ ਜਦੋਂ ਬੱਚਾ ਪਲੇਵੇ ਜਾਂ ਕਿਤੇ ਆਂਗਨਵਾੜੀ 'ਚ ਜਾਊਗਾ, ਉਹ ਉਸ ਦੀ ਜਿਹੜੀ ਕੀ ਆ ਫਸਟ ਸਟੈਪ ਆਫ ਐਜੂਕੇਸ਼ਨ ਦਾ ਮੰਨਿਆ ਜਾਊਗਾ। ਠੀਕ ਹੈ ਜੀ, ਇਸ ਕਰਕੇ ਪ੍ਰਾਇਮਰੀ ਐਜੂਕੇਸ਼ਨ ਨਹੀਂ, ਮਿਡਲ ਐਜੂਕੇਸ਼ਨ ਨਹੀਂ, ਹਾਇਰ ਐਜੂਕੇਸ਼ਨ 'ਚ ਤਾਂ ਜਾ ਹੀ ਨਹੀਂ ਸਕਦਾ। ਠੀਕ ਹੈ, ਤਾਂ ਇਹ ਤਿੰਨੇ ਆਪਸ਼ਨਾਂ ਰੋਂਗ ਸੀ। ਨੈਕਸਟ ਕੁਐਸਚਨ ਹੈ, ਬੱਚੇ ਦਾ ਮਨ ਹੀ ਅਧਿਆਪਕ ਦੀ ਪਾਠ ਪੁਸਤਕ ਹੈ ਕਿਹਾ ਹੈ। ਦਾ ਮਾਈਂਡ ਆਫ ਦੀ ਚਾਈਲਡ ਇਜ਼ ਦੀ ਟੈਕਸਟ ਬੁੱਕ ਆਫ ਆ ਟੀਚਰ ਸੈਡ। ਕਿਸਨੇ ਕਹੀ ਇਹ ਗੱਲ, ਫਰਾਇਡ, ਰਾਸ ਨੇ, ਰੂਸੋ ਨੇ, ਜਾਂ ਮਨ ਨੇ। ਠੀਕ ਹੈ ਜੀ, ਤੇ ਇਸ ਦਾ ਰਾਈਟ ਆਨਸਰ ਹੈ ਰੂਸੋ। ਇਹ ਸਟੇਟਮੈਂਟ ਵਾਲੇ ਕੁਐਸਚਨ ਜ਼ਰੂਰ ਯਾਦ ਰੱਖਣੇ ਹੈ। The mind of the child is the textbook of a teacher. ਬੱਚੇ ਦਾ ਮਨ ਹੀ ਅਧਿਆਪਕ ਦੀ ਪਾਠ ਪੁਸਤਕ ਹੁੰਦੀ ਹੈ। ਕਿਸਨੇ ਕਿਹਾ, ਰੂਸੋ ਨੇ ਕਿਹਾ। ਨੈਕਸਟ ਕੁਐਸਚਨ ਹੈ, ਪੂਰਵ ਬਾਲ ਅਵਸਥਾ ਦਾ ਸਮਾਂ ਪ੍ਰੀ ਚਾਈਲਡਹੁੱਡ ਪੀਰੀਅਡ ਇਜ਼। ਹੁਣ ਮੈਂ ਤੁਹਾਨੂੰ ਪਹਿਲਾਂ ਵੀ ਉੱਪਰ ਕੁਐਸਚਨ ਤੇ ਦੱਸ ਚੁੱਕੀ ਹਾਂ, ਪ੍ਰੀ ਦਾ ਮਤਲਬ ਕੀ ਹੈ, ਪਹਿਲਾਂ। ਠੀਕ ਹੈ, ਯਾਨੀ ਕਿ ਚਾਈਲਡਹੁੱਡ ਤੋਂ ਪਹਿਲਾਂ ਦੀ ਅਵਸਥਾ, ਪਹਿਲਾਂ ਵਾਲਾ ਪੀਰੀਅਡ ਕਿਹੜਾ ਹੋਊਗਾ। A ਆਪਸ਼ਨ 2 ਤੋਂ ਲੈ ਕੇ 6 ਇਅਰਸ, B 5 ਤੋਂ ਲੈ ਕੇ 7 ਇਅਰਸ,
C 10 ਤੋਂ ਲੈ ਕੇ 12 ਇਅਰਸ, D ਹੈ ਜੀ 4 ਤੋਂ ਲੈ ਕੇ 5 ਇਅਰਸ। ਇਸ ਦਾ ਰਾਈਟ ਆਂਸਰ ਹੋ ਜੀ 2 ਤੋਂ ਲੈ ਕੇ 6 ਈਅਰ ਪ੍ਰੀ ਚਾਈਲਡਹੁੱਡ ਦੇ ਪੀਰੀਅਡ ਦਾ ਟਾਈਮ। ਨੈਕਸਟ ਕੁਐਸਚਨ ਹੈ ਸਿੱਖਣ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਹਨ। ਦਾ ਫੈਕਟਰਸ ਅਫੈਕਟਿੰਗ ਲਰਨਿੰਗ ਆਰ A ਪਰਪੱਕਤਾ, ਤਤਪਰਤਾ, ਪ੍ਰੇਰਨਾ, ਮੈਚਿਓਰਿਟੀ, ਰੈਡੀਨੈਸ, ਮੋਟੀਵੇਸ਼ਨ, B ਮੀਡੀਆ, C ਸਮਾਜ ਸੁਸਾਇਟੀ, D ਦੋਸਤਾਨਾ ਸੰਬੰਧ ਯਾਨੀ ਕਿ ਫਰੈਂਡਸ਼ਿਪ। ਇਸ ਦਾ ਰਾਈਟ ਆਂਸਰ ਆਊਗਾ ਜੀ ਪਰਪੱਕਤਾ ਯਾਨੀ ਕਿ ਮੈਚਿਓਰਿਟੀ, ਰੈਡੀਨੈਸ ਤੇ ਮੋਟੀਵੇਸ਼ਨ। ਅਗਰ ਕੋਈ ਬੱਚਾ ਠੀਕ ਹੈ ਕਿਸੇ ਜੇਕਰ ਕੋਈ ਪਰਸਨ ਜਿਹੜਾ ਕਿ ਮੈਚਿਓਰ ਆ ਠੀਕ ਹੈ ਮਤਲਬ ਉਸਨੂੰ ਬਹੁਤ ਸਾਰੀਆਂ ਚੀਜ਼ਾਂ ਲਰਨਿੰਗ ਉਹਨੇ ਸਿੱਖੀ ਹੋਈ ਹੈ। ਮੈਚਿਓਰਿਟੀ ਦੇ ਨਾਲ ਅਸੀਂ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਹਾਂ ਠੀਕ ਹੈ। ਦੂਸਰਾ ਪੁਆਇੰਟ ਮੋਸਟ ਇੰਪੋਰਟੈਂਟ ਕੀ ਹੈ ਰੈਡੀਨੈਸ। ਕਿਸੇ ਚੀਜ਼ ਨੂੰ ਸਿੱਖਣ ਦੇ ਲਈ ਤੁਸੀਂ ਰੈਡੀ ਹੋਣੇ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਉਹ ਚੀਜ਼ ਨੂੰ ਸਿੱਖਣ ਲਈ ਰੈਡੀ ਨਹੀਂ ਤਾਂ ਤੁਸੀਂ ਉਹ ਲਰਨਿੰਗ ਕਰ ਹੀ ਨਹੀਂ ਸਕਦੇ। ਇਸ ਲਈ ਲਰਨਿੰਗ ਨੂੰ ਸਿੱਖਣ ਲਈ ਇਹਦਾ ਇਫੈਕਟ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਉਹ ਰੈਡੀ ਹੋਣੇ ਚਾਹੀਦੇ ਆ। ਤੀਸਰਾ ਮੋਟੀਵੇਸ਼ਨ, ਜਿਸ ਚੀਜ਼ ਨੂੰ ਸਿੱਖਣ ਜਾ ਰਹੇ ਹੋ ਉਹਦੇ ਲਈ ਤੁਹਾਨੂੰ ਮੋਟੀਵੇਟ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ। ਹੁਣ ਜਿਵੇਂ ਮੰਨ ਲਓ ਕਿ ਮੈਂ ਤੁਹਾਨੂੰ ਮੋਟੀਵੇਟ ਕਰਾਂ ਕਿ ਨਹੀਂ ਤੁਸੀਂ ਪੀਐਸ ਟੈਟ ਜਾਂ ਕੋਈ ਵੀ ਅਦਰ ਜਿੰਨੇ ਵੀ ਸਟੇਟ ਦੇ ਟੈਟ ਐਗਜ਼ਾਮ ਆ ਈਜ਼ੀਲੀ ਤੁਸੀਂ ਕਰ ਸਕਦੇ। ਕਿਵੇਂ? ਸਭ ਤੋਂ ਪਹਿਲਾਂ ਕੀ ਆ ਉਸ ਚੀਜ਼ ਨੂੰ ਰੈਡੀ ਬਣਾਓ। ਰੈਡੀ ਕਿਵੇਂ ਹੋਵੋਗੇ? ਜਦੋਂ ਤੁਹਾਨੂੰ ਉਸ ਚੀਜ਼ ਬਾਰੇ ਨੌਲੇਜ ਹੋਊਗੀ, ਤੁਹਾਡਾ ਆਪਣੇ ਆਪ ਮਨ ਹੋਊਗਾ ਕਿ ਨਹੀਂ ਮੈਂ ਇਹ ਚੀਜ਼ ਮੈਨੂੰ ਆਉਂਦੀ ਹੈ ਤੇ ਮੈਂ ਪੇਪਰ ਵਿੱਚ ਇਹ ਚੀਜ਼ ਕਰ ਸਕਦਾ ਜਾਂ ਕਰ ਸਕਦੀ ਹਾਂ ਠੀਕ ਹੈ। ਪ੍ਰੇਰਨਾ, ਮੋਟੀਵੇਟ ਹੋਵੋਗੇ, ਉਸ ਚੀਜ਼ ਨੂੰ ਕਰਨ ਲਈ ਰੈਡੀ ਹੋਵੋਗੇ। ਜਦੋਂ ਇਹ ਚੀਜ਼ਾਂ ਤੁਹਾਡੇ ਵਿੱਚ ਅੰਦਰ ਆਉਣ ਲੱਗ ਗਈਆਂ ਮਤਲਬ ਤੁਸੀਂ ਮੈਚਿਓਰਿਟੀ ਤੁਹਾਡੇ ਅੰਦਰ ਉਹ ਚੀਜ਼ ਦੀ ਆਉਣ ਲੱਗ ਜੂਗੀ। ਤੁਸੀਂ ਉਸ ਚੀਜ਼ ਬਾਰੇ ਜਿਹੜਾ ਕੀ ਆ ਈਜ਼ੀ ਜਿਹੜਾ ਕਿ ਸੋਲਵ ਕਰ ਸਕਦੇ ਹੋ ਤੇ ਟੈਕਲ ਕਰ ਸਕਦੇ ਹੋ ਠੀਕ ਹੈ। ਇਸੇ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਵੀ ਚੀਜ਼ ਨੂੰ ਸਿੱਖਣ ਦੇ ਲਈ ਯਾਨੀ ਕਿ ਲਰਨਿੰਗ ਨੂੰ ਸਿੱਖਣ ਲਈ ਜਿਹੜੀਆਂ ਚੀਜ਼ਾਂ ਪ੍ਰਭਾਵ ਪਾਉਂਦੀਆਂ ਤਾਂ ਉਹ ਤਿੰਨੇ ਆ ਮੈਚਿਓਰਿਟੀ, ਰੈਡੀਨੈਸ ਤੇ ਮੋਟੀਵੇਸ਼ਨ। ਮੋਸਟ ਇੰਪੋਰਟੈਂਟ ਕੁਐਸਚਨ ਆ ਇਹ ਠੀਕ ਹੈ। ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਣਾ। ਲਰਨਿੰਗ ਵਾਲੇ ਟੌਪਿਕ ਦੇ ਵਿੱਚੋਂ ਅਕਸਰ ਇੱਕ ਅੱਧਾ ਕੁਐਸਚਨ ਹੁੰਦਾ ਤਾਂ ਇਹ ਇੰਪੋਰਟੈਂਟ ਹੈ। ਨੈਕਸਟ ਕੁਐਸਚਨ ਹੈ ਸਿੱਖਣ ਲਈ ਵਿਸ਼ੇ ਸਮੱਗਰੀ ਦਾ ਸਰੂਪ ਹੋਣਾ ਚਾਹੀਦਾ ਹੈ। ਦਾ ਨੇਚਰ ਆਫ ਸਬਜੈਕਟ ਮੈਟਰ ਫॉर ਲਰਨਿੰਗ ਸ਼ੁੱਡ ਬੀ A ਆਸਾਨ, ਈਜ਼ੀ, B ਮੁਸ਼ਕਿਲ, ਡਿਫਿਕਲਟ, C ਆਸਾਨ ਤੋਂ ਮੁਸ਼ਕਿਲ, ਈਜ਼ੀ ਟੂ ਡਿਫਿਕਲਟ ਜਾਂ D ਉਪਰੋਕਤ ਸਾਰੇ। ਇਹਦਾ ਰਾਈਟ ਆਂਸਰ ਹੈ ਜੀ ਆਸਾਨ ਤੋਂ ਮੁਸ਼ਕਿਲ ਠੀਕ ਹੈ। ਕੀ ਹੋਣਾ ਚਾਹੀਦਾ? ਨੇਚਰ ਆਫ ਸਬਜੈਕਟ ਮੈਟਰ ਆਫ ਲਰਨਿੰਗ ਸ਼ੁੱਡ ਬੀ। ਕਿਸੇ ਚੀਜ਼ ਨੂੰ ਸਿੱਖਣ ਦੇਖੋ ਜੇਕਰ ਮੈਂ ਕਹਾਂ ਕਿ ਮੈਂ ਸਿੱਧਾ ਹੀ ਤੁਹਾਨੂੰ ਪਹਿਲਾਂ ਥਿਊਰੀਜ਼ ਵਾਲੀਆਂ ਨਾ ਵੀਡੀਓਜ਼ ਪਾਈਆਂ ਹੁੰਦੀਆਂ ਠੀਕ ਹੈ ਬਿਨਾਂ ਥਿਊਰੀ ਸਮਝਾਏ ਸਿੱਧੇ ਕੁਐਸਚਨ ਦੇ ਉੱਪਰ ਟਿਕ ਲਾ ਕੇ ਤੁਹਾਨੂੰ ਸਿਰਫ ਆਨਸਰ ਹੀ ਦੱਸੀ ਜਾਵਾਂ ਕੀ ਤੁਹਾਨੂੰ ਲੱਗਦਾ ਵੀ ਇਸ ਤਰੀਕੇ ਨਾਲ ਤੁਸੀਂ ਸਿੱਖ ਪਾਓਗੇ? ਨਹੀਂ ਸਿੱਖ ਸਕਦੇ ਠੀਕ ਹੈ। ਕੀ ਕੀਤਾ ਜਾਊਗਾ ਉਸ ਚੀਜ਼ ਨੂੰ ਆਸਾਨ ਕਿਵੇਂ ਬਣਾਇਆ ਜਾਊਗਾ ਤੁਹਾਨੂੰ ਪਹਿਲਾਂ ਥੋੜਾ ਜਿਹਾ ਉਹਦੇ ਬਾਰੇ ਐਕਸਪਲੇਨ ਕੀਤਾ ਜਾਊਗਾ ਠੀਕ ਹੈ। ਚਾਹੇ ਉਹ ਐਗਜ਼ਾਮਪਲਾਂ ਦੇ ਥਰੂ ਹੋਵੇ ਚਾਹੇ ਉਹ ਪੂਰੀ ਥਿਊਰੀ ਨੂੰ ਐਕਸਪਲੇਨ ਕਰਕੇ ਉਸ ਤੋਂ ਬਾਅਦ ਸ਼ਾਰਟ ਟ੍ਰਿਕ ਰਾਹੀਂ ਮੈਂ ਸਮਝਾਵਾਂ ਠੀਕ ਹੈ। ਉਹ ਤੁਹਾਡੇ ਲਈ ਇੱਕ ਈਜ਼ੀ ਲੈਵਲ ਹੋਊ। ਜਦੋਂ ਤੁਸੀਂ ਉਹ ਈਜ਼ੀ ਲੈਵਲ ਨੂੰ ਪਾਰ ਕਰਕੇ ਤੁਹਾਨੂੰ ਉਹ ਚੀਜ਼ ਨੂੰ ਕੰਪਲੀਟ ਸਮਝ ਆ ਗਈ ਕਿ ਮੈਡਮ ਨੇ ਐਵੇਂ ਥਿਊਰੀ ਕਰਵਾਈ ਸੀ ਫਿਰ ਮੈਡਮ ਨੇ ਦੱਸਿਆ ਸੀ ਕਿ ਐਗਜ਼ਾਮ ਦੇ ਵਿੱਚ ਜਾ ਕੇ ਅਸੀਂ ਕੁਐਸਚਨ ਜੇਕਰ ਸੋਲਵ ਕਰਨਾ ਜੇ ਥਿਊਰੀ ਵਿੱਚੋਂ ਪੁੱਛਿਆ ਗਿਆ ਤੇ ਥਿਊਰੀ ਨੂੰ ਸ਼ਾਰਟ ਦੇ ਵਿੱਚ ਕਿਵੇਂ ਯਾਦ ਕਰਨਾ ਉਹ ਵੀ ਦੱਸਿਆ ਗਿਆ ਤਾਂ ਤੁਸੀਂ ਸਾਈਡ ਤੇ ਨੋਟ ਕਰਕੇ ਉਹ ਵੀ ਚੀਜ਼ ਕਰ ਲਓਗੇ। ਜਾਣੇ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਉਸ ਚੀਜ਼ ਨੂੰ ਈਜ਼ੀ ਬਣਾ ਲਿਆ ਠੀਕ ਹੈ। ਡਿਫਿਕਲਟ ਕੀ ਹੈ? ਕੋਈ ਵੀ ਕੁਐਸਚਨ ਡਿਫਿਕਲਟ ਆਊਗਾ ਤੁਸੀਂ ਉਸ ਨੂੰ ਜਿਹੜਾ ਕਿ ਆਸਾਨੀ ਨਾਲ ਸੋਲਵ ਕਰ ਲਓਗੇ। ਤਾਂ ਇਹ ਕੀ ਹੁੰਦਾ ਹੈ ਕਿਸੇ ਵੀ ਸਬਜੈਕਟ ਮੈਟਰ ਨੂੰ ਜੇਕਰ ਅਸੀਂ ਸਿੱਖਣਾ ਤਾਂ ਸਾਡਾ ਨੇਚਰ ਕਿਵੇਂ ਦਾ ਹੋਣਾ ਚਾਹੀਦਾ ਅਸੀਂ ਆਸਾਨ ਤੋਂ ਮੁਸ਼ਕਿਲ ਵੱਲ ਜਾਣਾ ਠੀਕ ਹੈ। ਇਸ ਤਰੀਕੇ ਨਾਲ ਤੁਸੀਂ ਜਿਹੜਾ ਕੀ ਆ ਕੁਐਸਚਨ ਨੂੰ ਸੋਲਵ ਕਰ ਸਕਦੇ ਹੋ। ਨੈਕਸਟ ਕੁਐਸਚਨ ਹੈ ਜੀ ਯੋਜਨਾਬੰਦ ਸਿੱਖਿਆ ਦੇ ਸਿਧਾਂਤਿਕ ਆਧਾਰ ਦੀ ਨੀਂਹ ਮੌਜੂਦ ਹੈ। The theoretical base for the programmed learning is rooted best in the A classical ਅਨੁਕੂਲਨ ਸਿਧਾਂਤ ਵਿੱਚ ਯਾਨੀ ਕਿ classical conditioning theory, B ਮਾਨਵ ਸੂਚਨਾ ਪ੍ਰਕਰਮਨ ਸਿਧਾਂਤ ਵਿੱਚ ਹਿਊਮਨ ਇਨਫੋਰਮੇਸ਼ਨ ਪ੍ਰੋਸੈਸਿੰਗ ਥਿਊਰੀ, B ਕਿਰਿਆ ਪ੍ਰਸਤੁਤ ਅਨੁਕੂਲਨ ਸਿਧਾਂਤ ਵਿੱਚ ਆਪਰੇਟਿੰਗ ਕੰਡੀਸ਼ਨਿੰਗ ਥਿਊਰੀ, D ਹੈ ਸਮਾਜੀ ਵਿਗਿਆਨਿਕ ਸਿਧਾਂਤਾਂ ਵਿੱਚ ਯਾਨੀ ਕਿ ਸੋਸ਼ਲ ਕੋਗਨੀਟਿਵ ਥਿਊਰੀ ਠੀਕ ਹੈ ਜੀ। ਸੋਸ਼ਲ ਕੋਗਨੀਟਿਵ ਜਿਹੜੀ ਕੀ ਆ ਥਿਊਰੀਜ਼। ਕੀ ਦਿੱਤਾ ਗਿਆ? ਪ੍ਰੋਗਰਾਮਡ ਲਰਨਿੰਗ ਬਾਰੇ ਗੱਲ ਕੀਤੀ ਗਈ ਆ। ਕੀਵਰਡ ਨੂੰ ਪਹਿਚਾਨੋ ਕੁਐਸਚਨ ਦੇ ਵਿੱਚ ਕਿਹਦੀ ਹੈ ਪ੍ਰੋਗਰਾਮ ਲਰਨਿੰਗ ਤਾਂ ਆਪਾਂ ਨੂੰ ਪਤਾ ਹੈਗਾ ਸਕੀਨਰ ਦੀ ਠੀਕ ਹੈ ਜਿਹਨੇ ਆਪਰੇਟਿੰਗ ਲਰਨਿੰਗ ਥਿਊਰੀ ਦਿੱਤੀ ਗਈ ਆ। ਹੁਣ ਮੈਂ ਤੁਹਾਨੂੰ ਇਸ ਦੇ ਨਾਲ ਹੀ ਦੱਸਤਾ ਤੇ ਇਸ ਦਾ ਮਤਲਬ ਰਾਈਟ ਆਨਸਰ ਕੀ ਆ ਗਿਆ ਜੀ ਆਪਰੇਟਿੰਗ ਕੰਡੀਸ਼ਨਿੰਗ ਥਿਊਰੀ
ਠੀਕ ਹੈ। ਪ੍ਰੋਗਰਾਮ ਲਰਨਿੰਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਸਕਿਨਰ ਦੀ ਥਿਊਰੀ ਦੇ ਨਾਲ ਵੀ ਜਾਣਿਆ ਜਾਂਦਾ ਹੈ, ਆਪਰੇਟ ਕੰਡੀਸ਼ਨਿੰਗ ਥਿਊਰੀ ਦੇ ਨਾਲ ਵੀ ਜਾਣਿਆ ਜਾਂਦਾ ਹੈ। ਠੀਕ ਹੈ, ਤੇ ਇਸ ਦਾ ਰਾਈਟ ਆਨਸਰ ਹੈ ਕਲਾਸਿਕਲ ਕੰਡੀਸ਼ਨਿੰਗ ਥਿਊਰੀ ਨਹੀਂ ਆਊਗੀ, ਪ੍ਰੋਸੈਸਿੰਗ ਇਨਫੋਰਮੇਸ਼ਨ ਪ੍ਰੋਸੈਸਿੰਗ ਥਿਊਰੀ ਨਹੀਂ ਆਊ, ਸੋਸ਼ਲ ਕੋਗਨੀਟਿਵ ਥਿਊਰੀਜ਼ ਨਹੀਂ ਆਊਗੀ। ਠੀਕ ਹੈ, ਕੁਐਸਚਨ ਦੇ ਅਕੋਰਡਿੰਗ। ਬਟ ਜੇਕਰ ਮੈਂ ਐਗਜ਼ਾਮ ਦੇ ਵਿੱਚ ਗੱਲ ਕਰਾਂ ਤੇ ਇਹ ਸਾਰੀਆਂ ਜਿੰਨੀਆਂ ਵੀ ਲਰਨਿੰਗ ਥਿਊਰੀਜ਼ ਹੈਗੀਆਂ ਮੋਸਟ ਇੰਪੋਰਟੈਂਟ ਆ। ਠੀਕ ਹੈ ਜੀ, ਇਹ ਲਰਨਿੰਗ ਥਿਊਰੀਆਂ ਬਹੁਤ ਇੰਪੋਰਟੈਂਟ ਆ। ਕਲਾਸਿਕਲ ਕੰਡੀਸ਼ਨਿੰਗ ਥਿਊਰੀ ਬਾਰੇ ਪਤਾ ਹੋਣਾ ਚਾਹੀਦਾ ਤੁਹਾਨੂੰ, ਹਿਊਮਨ ਇਨਫੋਰਮੇਸ਼ਨ ਪ੍ਰੋਸੈਸਿੰਗ ਥਿਊਰੀ ਬਾਰੇ ਪਤਾ ਹੋਣਾ ਚਾਹੀਦਾ, ਸੋਸ਼ਲ ਕੋਗਨੀਟਿਵ ਥਿਊਰੀ ਬਾਰੇ ਪਤਾ ਹੋਣਾ ਚਾਹੀਦਾ। ਇਹ ਕਿੰਨਾ ਨੇ ਦਿੱਤੀ ਹੈ ਤੇ ਇਸ ਵਿੱਚ ਕੀ ਐਕਸਪੈਰੀਮੈਂਟ ਕੀਤੇ ਆ ਤੇ ਇਹਨਾਂ ਦੇ ਅਕੋਰਡਿੰਗ ਕੀ ਹੋਣਾ ਚਾਹੀਦਾ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਜੋ ਅੱਜ ਦਾ ਆਪਣਾ ਲਾਸਟ ਕੁਐਸਚਨ ਹੈਗਾ, ਕਿਸ ਦੇ ਅਨੁਸਾਰ ਬੱਚੇ ਦਾ ਦਿਮਾਗ ਕੋਰਾ ਕਾਗਜ਼ ਹੁੰਦਾ ਜੋ ਚਾਹੇ ਲਿਖ ਸਕਦੇ ਆ। The brain of child is a blank paper. We can write what we want. Who said? A. John Locke, B. Plato, C. Watson ਜਾਂ D. Mann। ਇਸ ਦਾ ਰਾਈਟ ਆਨਸਰ ਹੈ ਜੀ A। ਠੀਕ ਹੈ, ਇਹ ਵੀ ਸਟੇਟਮੈਂਟ ਜਿਹੜੀ ਕੀ ਹੈ ਇੰਪੋਰਟੈਂਟ ਆ। ਠੀਕ ਹੈ, ਜੌਨ ਲੌਕ ਦੇ ਅਨੁਸਾਰ ਬੱਚੇ ਦਾ ਦਿਮਾਗ ਇੱਕ ਕੋਰਾ ਕਾਗਜ਼ ਹੁੰਦਾ ਹੈ, ਅਸੀਂ ਜਿਵੇਂ ਵੀ ਉਸਦੇ ਉੱਪਰ ਲਿਖਾਂਗੇ ਬੱਚੇ ਦੇ ਉੱਪਰ ਉਹ ਚੀਜ਼ ਦੀ ਛਾਪ ਪੈਦਾ ਹੋ ਜਾਊਗੀ ਤੇ ਬੱਚਾ ਉਸੇ ਤਰੀਕੇ ਨਾਲ ਹੀ ਜਿਹੜਾ ਕੀ ਆ ਬਣ ਜਾਊਗਾ। ਠੀਕ ਹੈ, ਇਹ ਜੌਨ ਲੌਕ ਦੀ ਕਹੀ ਹੋਈ ਗੱਲ ਹੈ, ਯਾਨੀ ਕਿ ਉਹਨਾਂ ਦੁਆਰਾ ਦਿੱਤਾ ਗਿਆ ਇੱਕ ਸਟੇਟਮੈਂਟ ਲਾ ਲਓ ਜਾਂ ਸਿਧਾਂਤ ਲਾ ਲਓ। ਠੀਕ ਹੈ, ਇਹ ਤੁਸੀਂ ਇਹ ਚੀਜ਼ਾਂ ਜ਼ਰੂਰ ਯਾਦ ਰੱਖਣੀਆਂ, ਕਈ ਵਾਰ ਐਜ਼ ਇਟ ਇਜ਼ ਐਵੇਂ ਹੀ ਕੁਐਸਚਨ ਦੇ ਵਿੱਚ ਪਾ ਕੇ ਸਟੇਟਮੈਂਟ ਪੁੱਛੀ ਜਾਂਦੀ। ਠੀਕ ਹੈ, ਤਾਂ ਅੱਜ ਆਪਾਂ ਡਿਸਕਸ ਕੀਤੇ ਜੀ ਕੁਝ 15 ਕੁਐਸਚਨ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਮੇਰੀ ਇਸ ਵੀਡੀਓ ਨੂੰ ਵਾਚ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।